ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਸਭ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬੀ ਸਾਹਿਤ ਤੇ ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ। ਔਰ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਅੱਖਰਾਂ ਦੀ ਗੱਲ ਵੀ ਕਰਾਂਗੇ, ਗੁਰਮੁਖੀ ਦੇ 35 ਅੱਖਰਾਂ ਦੀ ਗੱਲ, ਇਹਨਾਂ ਅੱਖਰਾਂ ਦੀ ਸਮਰੱਥਾ ਦੀ ਗੱਲ, ਇਹਨਾਂ ਅੱਖਰਾਂ ਦੀ ਵਿਲੱਖਣਤਾ ਦੀ ਗੱਲ ਆਉਣ ਵਾਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਆਪ ਸਭ ਦੇ ਸਨਮੁਖ ਕਰਾਂਗੇ। ਅੱਜ ਖਾਸ ਤੌਰ ਤੇ ਸਿੱਖ ਸਾਹਿਤ ਦੀ ਗੱਲ ਕਰਦੇ ਹਾਂ, ਸਿੱਖ ਲਿਟਰੇਚਰ ਦੀ ਗੱਲ ਕਰਦੇ ਹਾਂ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਮਰੱਥਾ ਦੀ ਗੱਲ ਕਰਨੀ ਹੈ। ਗੱਲ ਨਿਸ਼ਚੇ ਦੀ ਹੈ, ਗੱਲ ਵਿਸ਼ਵਾਸ ਦੀ ਹੈ, ਗੱਲ ਸ਼ਰਧਾ ਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਗੱਲੋਂ ਹਰ ਪੱਖੋਂ ਸੰਪੂਰਨ ਗੁਰੂ ਨੇ। ਔਰ ਇਹ ਗੱਲ ਕਹਿਣ ਦੇ ਲਈ ਮੈਂ ਖਾਸ ਕਰਕੇ ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ, ਜਿਹੜੇ ਕਿ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਹੇ, ਉਹਨਾਂ ਦੀ ਇੱਕ ਹੱਡਬੀਤੀ ਆਪ ਸਭ ਨਾਲ ਸਾਂਝੀ ਕਰ ਦੇਣੀ ਹੈ। ਇਸ ਹੱਡਬੀਤੀ ਨੂੰ ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ ਜੀ ਨੇ ਆਪਣੀ ਕਲਮ ਤੋਂ ਆਪ ਲਿਖਿਆ। ਉਹ ਬਹੁਤ ਸਾਰੇ ਪਰਚਿਆਂ ਦੇ ਵਿੱਚ, ਰੋਜ਼ਾਨਾ ਪਰਚਿਆਂ ਦੇ ਵਿੱਚ ਵੀ, ਸਪਤਾਹਿਕ ਪਰਚਿਆਂ ਦੇ ਵਿੱਚ ਵੀ, ਮੰਥਲੀ ਪਰਚਿਆਂ ਦੇ ਵਿੱਚ ਵੀ ਉਹਨਾਂ ਦਾ ਆਰਟੀਕਲ ਛਪਿਆ ਔਰ ਬੜੇ ਸਤਿਕਾਰ ਨਾਲ ਛਪਿਆ। ਲੋਕੀ ਉਹਨਾਂ ਨੂੰ ਉਸ ਆਰਟੀਕਲ ਤੋਂ ਬਾਅਦ ਮਿਲੇ ਵੀ। ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਹੇ ਸਨ ਔਰ ਖਾਲਸਾ ਕਾਲਜ ਦੀ ਕਲੋਨੀ ਦੇ ਵਿੱਚ ਹੀ ਉਹਨਾਂ ਦਾ ਐਡਰੈਸ ਵੀ ਸੀ ਜਦੋਂ 1985 ਦੇ ਜਦੋਂ ਉਹਨਾਂ ਨੇ ਉਹ ਲੇਖ ਲਿਖਿਆ। ਉਹ ਲੇਖ 'ਚ ਲਿਖਦੇ ਨੇ ਕਿ ਸੰਨ 1985 ਵਿੱਚ ਮੈਂ ਆਪਣੇ 5 ਸਾਲ ਦੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਬਰਨਾਲੇ ਗਈ। ਉਦੋਂ ਕੁਛ ਚਿਰ ਪਹਿਲਾਂ ਉਹਨਾਂ ਦੇ ਪਤੀ ਦਾ ਐਕਸੀਡੈਂਟ ਹੋਇਆ ਸੀ ਔਰ ਐਕਸੀਡੈਂਟ ਦੇ ਨਾਲ ਉਹਨਾਂ ਦੇ ਪਤੀ ਦੇ ਸਿਰ ਦੇ ਵਿੱਚ ਕੁਝ ਸੱਟਾਂ ਲੱਗ ਗਈਆਂ ਸਨ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ। ਐਕਸੀਡੈਂਟ ਕਿਸੇ ਦਾ ਵੀ ਕਦੋਂ ਵੀ ਹੋ ਸਕਦਾ ਹੈ। ਕੁਝ ਸੱਟਾਂ ਲੱਗ ਗਈਆਂ, ਪਰ ਜਦੋਂ ਸਿਰ 'ਚ ਸੱਟਾਂ ਲੱਗ ਗਈਆਂ ਢਿੱਲੇ ਮੱਠੇ ਵੀ ਰਹਿਣਾ, ਪਰੇਸ਼ਾਨੀ ਵੀ ਘਰ 'ਚ ਆਉਣੀ ਹੈ, ਕੰਮ ਵੀ ਰੁਕਣਾ, ਦੁੱਖ ਵੀ ਆਉਣੇ ਨੇ। ਤੇ ਜਦੋਂ ਇਹੋ ਜਿਹਾ ਦੁੱਖ ਤਕਲੀਫ ਹੋਣ, ਘਰ ਦੇ ਵਿੱਚ ਪਤੀ ਦਾ ਐਕਸੀਡੈਂਟ ਹੋਇਆ ਹੋਵੇ, ਸਿਰ 'ਚ ਸੱਟ ਲੱਗੀ ਹੋਵੇ, ਢਿੱਲਾ ਮੱਠਾ ਰਹਿੰਦਾ ਹੋਵੇ, ਤੇ ਪਤਨੀ ਦਾ ਸਿਰ ਆਪਣੇ ਆਪ ਦੁਖਣ ਲੱਗ ਪੈਂਦਾ। ਤੇ ਜਦੋਂ ਪਤੀ ਤੇ ਪਤਨੀ ਦੋਨੇ ਪਰੇਸ਼ਾਨ ਹੋਣ ਤੇ ਉਹਦਾ ਅਸਰ ਫਿਰ ਬੱਚੇ ਤੇ ਵੀ ਹੁੰਦਾ। ਬੱਚਾ ਬੇਸ਼ੱਕ ਛੋਟਾ ਵੀ ਹੋਵੇ, ਪਰ ਬੱਚਿਆਂ ਤੇ ਅਸਰ ਹੋਣ ਲੱਗ ਪੈਂਦਾ। ਜਿੰਨਾ ਬੱਚਾ ਸੋ ਛੋਟਾ ਹੁੰਦਾ ਉਹਨਾਂ ਜ਼ਿਆਦਾ ਅਸਰ ਵੀ ਹੁੰਦਾ ਕਈ ਵਾਰੀ। ਤੇ ਬੱਚਾ ਵੀ ਕੁਛ ਪਰੇਸ਼ਾਨ ਰਹਿਣ ਲੱਗ ਪਿਆ, ਬਿਮਾਰ ਰਹਿਣ ਲੱਗ ਪਿਆ। ਆਪਣਾ ਸਿਰ ਦੁਖਦਾ ਰਹਿੰਦਾ ਸੀ ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ ਜੀ ਦਾ। ਪਤੀ ਦੇ ਸਿਰ 'ਚ ਸੱਟ ਲੱਗੀ ਹੋਈ ਐਕਸੀਡੈਂਟ ਤੋਂ ਬਾਅਦ 'ਚ। ਪੁੱਤਰ ਵੀ ਪਰੇਸ਼ਾਨੀ ਨਾਲ ਥੋੜ੍ਹਾ ਜਿਹਾ ਆਵਾਜ਼ਾਰ ਰਹਿੰਦਾ ਹੈ। ਆਪਣੇ ਪੇਕੇ ਮਿਲਣ ਬਰਨਾਲੇ ਗਈ, ਤੇ ਬਰਨਾਲੇ ਜਿੱਥੇ ਆਪਣੇ ਪੇਕੇ ਕੋਲ ਗਈ, ਮਾਂ ਕੋਲ ਗਈ, ਉਹ ਗਾਂ ਦੇਹਧਾਰੀਆਂ ਦੇ ਡੰਮੀਆਂ ਨੂੰ ਪੂਜਣ ਵਾਲੇ, ਡੰਮੀਆਂ ਨੂੰ ਮੰਨਣ ਵਾਲੇ, ਦੇਹਧਾਰੀ ਸਾਧਾਂ ਨੂੰ, ਗੁਰੂਆਂ ਨੂੰ ਮੰਨਣ ਵਾਲੇ। ਉਹਨੇ ਬੱਚੀ ਦਾ ਦੁੱਖ ਦੇਖ ਕੇ, ਪਰੇਸ਼ਾਨੀ ਦੇਖ ਕੇ ਮਾਤਾ ਤੋਂ ਰਹਿ ਨਹੀਂ ਹੁੰਦਾ, ਤੇ ਉਹਨੇ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਤੈਨੂੰ ਮੈਂ ਕਹਿੰਦੀ ਹੁੰਦੀ ਸੀ ਤੂੰ ਮਹਾਂਪੁਰਸ਼ਾਂ ਕੋਲ ਫਲਾਣੇ ਥਾਂ ਜਾਇਆ ਕਰ, ਉਹ ਫਲਾਣਾ ਦੇਹਧਾਰੀ ਗੁਰੂ ਉਹਨਾਂ ਦੇ ਡੇਰੇ ਜਾਇਆ ਕਰ, ਉਹਨਾਂ ਕੋਲ ਜਾ ਕੇ ਮੰਤਰ ਲੈ ਲੈ, ਉਹ ਹੱਥ ਹੌਲਾ ਕਰ ਦੇਣਗੇ, ਤੇਰੇ ਸਾਰੇ ਦੁੱਖ ਟਲ ਜਾਣਗੇ। ਤੇ ਉਹਨਾਂ ਕੋਲ ਜਾ ਕੇ ਤੂੰ ਕਿਸੇ ਤਰ੍ਹਾਂ ਦੱਸ, ਕੋਈ ਸ਼ਾਇਦ ਕੋਈ ਉਹ ਤੁਹਾਨੂੰ ਉਪਾਅ ਵੀ ਦੱਸ ਦੇਣ ਭਾਵੇਂ। ਤੇ ਬੀਬੀ ਸੁਰਿੰਦਰ ਕੌਰ ਜੀ ਆਪਣੇ ਵਿਚਾਰ ਤੋਂ, ਆਪਣੇ ਨਿਸ਼ਚੇ ਤੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ। ਉਹਨੇ ਮਾਤਾ ਨੂੰ ਸਾਫ਼ ਆਖ ਦਿੱਤਾ ਕਿ ਜੇ ਤਾਂ ਦਾਨ ਪੁੰਨ ਕਰਨ ਦੀ ਗੱਲ ਹੈ, ਕਿਸੇ ਨੂੰ ਦੇਣ ਦਵਾਉਣ ਦੀ, ਤੇ ਕੋਈ ਇਤਰਾਜ਼ ਨਹੀਂ, ਦਾਨ ਪੁੰਨ ਕਰਨ ਨੂੰ ਮੈਂ ਤਿਆਰ ਹਾਂ, ਸਾਡੀ ਗੁਰਮਤਿ ਨੇ ਸਿਖਾਇਆ ਸਾਨੂੰ।
ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਸਤੀ ਦੇ ਸੰਤੋਖੀ ਖਾਏ। ਦਾਨ ਪੁੰਨ ਕਰਨ ਨੂੰ ਤਿਆਰ ਆ। ਜੇ ਉੱਦਾਂ ਕਿਸੇ ਮਹਾਂਪੁਰਸ਼ ਦਾ ਸਤਿਕਾਰ ਕਰਨਾ, ਨਾਮ ਬਣਨਾ, ਜੋੜਨ ਵਾਲੇ ਦਾ ਸਤਿਕਾਰ ਕਰਨ ਨੂੰ ਵੀ ਤਿਆਰ ਆ। ਪਰ ਜੇ ਤੁਸੀਂ ਕਹੋਗੇ ਕਿਸੇ ਪੁਸ਼ਪ ਪ੍ਰਤੀਤ ਵਾਲੇ ਕੋਲ ਜਾਣਾ, ਕਿਸੇ ਉਪਾਵਾਂ ਦੱਸਣ ਵਾਲੇ ਕੋਲ ਜਾਣਾ, ਤੇ ਮੈਂ ਜਾਣ ਨੂੰ ਤਿਆਰ ਨਹੀਂ। ਮੈਂ ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਿਆਂ ਹੋਇਆ, ਗੁਰੂ ਗ੍ਰੰਥ ਸਾਹਿਬ ਤੇ ਮੇਰਾ ਨਿਸ਼ਚਾ ਇੰਨਾ ਹੈ ਕਿ ਦੁੱਖਾਂ ਸੁੱਖਾਂ ਦਾ ਦਾਤਾ ਉਹ ਹੈ। ਮੈਂ ਕਿਸੇ ਦੰਮੀ ਵਾਲੇ ਕੋਲ ਦੰਬੀ ਗੁਰੂ ਕੋਲ ਜਾਣ ਨੂੰ ਤਿਆਰ ਨਹੀਂ, ਕਿਸੇ ਦੇਹਧਾਰੀ ਗੁਰੂ ਕੋਲ ਜਾਣ ਨੂੰ ਤਿਆਰ ਨਹੀਂ। ਮਾਤਾ ਚੰਗੇ ਲਈ ਕਹਿ ਰਹੀ ਸੀ ਆਪਣੇ ਪੱਖ ਤੋਂ, ਪਰ ਬੀਬੀ ਸੁਰਿੰਦਰ ਕੌਰ ਜੀ ਆਪਣੀ ਵਿਚਾਰਧਾਰਕ ਦ੍ਰਿੜਤਾ ਦੇ ਉੱਤੇ, ਗੁਰਮਤਿ ਦੇ ਉੱਤੇ ਪਹਿਰਾ ਦੇ ਰਹੇ ਸਨ। ਮਾਵਾਂ ਦੇ ਵਿੱਚ ਥੋੜ੍ਹੀ ਜਿਹੀ ਕਹਾ ਸੁਣੀ ਵੀ ਹੋ ਗਈ ਕਿ ਮੈਂ ਤੇਰਾ ਭਲਾ ਮੰਗਦੀ ਹਾਂ, ਮੈਂ ਦੱਸ ਵਿੱਚੋਂ ਕੀ ਲੈਣਾ ਦੇਣਾ। ਮਾਤਾ ਨੇ ਨਿਹੋਰੇ ਜਾਂ ਦੇਣੇ ਸ਼ੁਰੂ ਕਰ ਦਿੱਤੇ। ਫਿਰ ਮਜ਼ਾਕ ਕਰਨ ਲੱਗ ਪਈ। ਆਖਣ ਲੱਗੀ ਮਾਤਾ ਕਿ ਤੂੰ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਤੇਰੇ ਸਾਰਾ ਕੁਛ ਉਹਨਾਂ ਤੋਂ ਮਿਲਦਾ ਹੈ, ਤੇ ਤੂੰ ਗੁਰੂ ਗ੍ਰੰਥ ਸਾਹਿਬ ਗੱਲਾਂ ਕਰ ਸਕਦੀ ਹੈ? ਮੈਂ ਤਾਂ ਜਾ ਕੇ ਆਪਣੇ ਗੁਰੂ ਨਾਲ ਤੇਰੀਆਂ ਗੱਲਾਂ ਕਰਾ ਦੇਣੀਆਂ, ਉਹਨੂੰ ਤਾਂ ਬੋਲ ਕੇ ਦੱਸ ਦੇਣਾ ਸੀ। ਤੇ ਬੀਬੀ ਸੁਰਿੰਦਰ ਕੌਰ ਕਹਿਣ ਲੱਗੀ, ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਉਹ ਗੁਰੂ ਨਾਲ ਗੱਲਾਂ ਹੀ ਤਾਂ ਹੁੰਦੀਆਂ ਨੇ, ਔਰ ਤੁਹਾਡੇ ਇਕੱਲੇ ਸਵਾਲ ਦਾ ਜਵਾਬ ਮਿਲਦਾ ਉਸ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ। ਉਹ ਕਹਿੰਦੀ ਅੱਛਾ ਚਲ ਬਾਣੀ ਪੜ੍ਹਨਾ ਸੁਣਨਾ ਗੱਲਾਂ ਕਰਨੀਆਂ ਤਾਂ ਹੋ ਗਈਆਂ, ਸਾਡਾ ਗੁਰੂ ਤੇ ਚੱਲ ਕੇ ਸਾਡੇ ਘਰ ਵੀ ਆ ਜਾਂਦਾ ਜਿਹੜਾ ਦੇਹਧਾਰੀ ਹੈ। ਤੇਰਾ ਗੁਰੂ ਚੱਲ ਕੇ ਤੇਰੇ ਘਰ ਆ ਸਕਦਾ? ਤੂੰ ਕਹਿੰਦੀ ਗੁਰੂ ਗ੍ਰੰਥ ਸਾਹਿਬ ਤੇਰਾ ਪੂਰਾ ਗੁਰੂ ਆ, ਤੇਰਾ ਗੁਰੂ ਚੱਲ ਕੇ ਆਪਣੇ ਆਪ ਤੇਰੇ ਘਰ ਆ ਸਕਦਾ? ਸਾਡਾ ਗੁਰੂ ਤਾਂ ਆ ਜਾਂਦਾ, ਜਦੋਂ ਸੱਦੀਏ ਉਦੋਂ ਆ ਜਾਂਦਾ, ਕਈ ਜਿਹਦੀ ਆਪਣੇ ਆਪ ਵੀ ਆ ਜਾਂਦਾ। ਕਿ ਤੇਰਾ ਗੁਰੂ ਚੱਲ ਕੇ ਤੇਰੇ ਘਰ ਆ ਸਕਦਾ? ਉਹ ਕਹਿੰਦੀ ਮੈਂ ਤਾਂ ਜਦੋਂ ਯਾਦ ਕਰਦੀ ਉਦੋਂ ਵੀ ਆ ਜਾਂਦਾ। ਕਿ ਤੇਰਾ ਗੁਰੂ ਚੱਲ ਕੇ ਯਾਦ ਕੀਤੇ ਤੇਰੇ ਘਰ ਆ ਸਕਦਾ? ਹੁਣ ਬੀਬੀ ਸੁਰਿੰਦਰ ਕੌਰ ਨੂੰ ਇੱਕ ਵਾਰੀ ਚੁੱਪ ਹੋਣਾ ਪਿਆ। ਉਹ ਚੁੱਪ ਹੋ ਗਈ ਬੇਸ਼ੱਕ, ਪਰ ਮਨ ਅੰਦਰ ਖਿਆਲ ਚੱਲਦਾ ਰਿਹਾ ਕਿ ਕੀ ਮੇਰਾ ਗੁਰੂ ਚੱਲ ਕੇ ਮੇਰੇ ਘਰ ਆ ਸਕਦਾ? ਇੱਕ ਖਿਆਲ ਮਨ ਦੇ ਵਿੱਚ ਪਰਪੱਕ ਹੁੰਦਾ ਗਿਆ। ਸ਼ਾਮ ਦੇ ਵੇਲੇ ਗੱਲਬਾਤ ਹੋਈ ਸੀ, ਪ੍ਰਸ਼ਾਦਾ ਪਾਣੀ ਛਕਿਆ, ਸੌਂ ਗਈ। ਮਾਤਾ ਦੇ ਘਰ ਪੇਕੇ ਘਰ ਹੀ ਅਜੇ ਬੱਚੇ ਨੂੰ ਥਾਪੜਾ ਦੇ ਕੇ ਸਵਾਰੀ ਹੈ, ਤਾਂ ਮਨ ਦੇ ਵਿੱਚ ਖਿਆਲ ਪਰਪੱਕ ਹੈ, ਇਹ ਹੋਈ ਜਾ ਰਿਹਾ ਕਿ ਮੇਰਾ ਗੁਰੂ ਚੱਲ ਕੇ ਮੇਰੇ ਘਰ ਆ ਸਕਦਾ। ਸੁੱਤਿਆਂ ਪਿਆਂ ਵੀ ਮਨ ਦੇ ਵਿੱਚ ਖਿਆਲ ਚੱਲਦਾ ਰਿਹਾ ਕਿ ਮੇਰਾ ਗੁਰੂ ਚੱਲ ਕੇ ਮੇਰੇ ਘਰ ਆ ਸਕਦਾ। ਮਾਤਾ ਨੇ ਜਿਹੜਾ ਸਵਾਲ ਪਾਇਆ ਹੈ, ਆਮ ਤੌਰ ਤੇ ਡੰਮੀ ਗੁਰੂਆਂ ਨੂੰ ਮੰਨਣ ਵਾਲੇ ਜਿਹੜਾ ਸਵਾਲ ਪਾਉਂਦੇ ਨੇ, ਪਤਾ ਨਹੀਂ ਬਹੁਤਿਆਂ ਨੂੰ ਪ੍ਰੀਖਿਆ 'ਚ ਲੰਘਣਾ ਪੈਂਦਾ ਹੋਵੇਗਾ ਇੱਦਾਂ, ਜਿਨ੍ਹਾਂ ਦਾ ਵਾਹ ਪੈਂਦਾ ਡੰਮੀ ਗੁਰੂਆਂ ਨੂੰ ਮੰਨਣ ਵਾਲਿਆਂ ਦੇ ਨਾਲ। ਰਾਤ ਵੀ ਪੂਰੇ ਖਿਆਲ ਅੰਦਰ ਚੱਲਦਾ ਰਿਹਾ। ਉਸ ਵੇਲੇ ਟਾਈਮ ਸਿਰ ਉੱਠੀ ਤੇ ਉਹਨੇ ਕਿਹਾ ਮੈਂ ਪਹਿਲੀ ਬੱਸੇ ਨਾ ਆਪਣੇ ਸਹੁਰੇ ਘਰ ਚੱਲ ਜਾਣਾ। ਗੁਰਦਾਸਪੁਰ 'ਚ ਸੀ ਸਹੁਰਾ ਘਰ। ਉਹ ਪੇਕੇ ਬਰਨਾਲੇ ਤੋਂ ਗੁਰਦਾਸਪੁਰ ਦੀ ਉਹਨੇ ਬੱਸ ਲੈ ਲਈ। ਸਵੇਰੇ ਪਹਿਲੀ ਬੱਸੇ ਹੀ ਤੇ ਤੁਰ ਪਈ, ਤੇ ਤਕਰੀਬਨ 12 ਕੁ ਵਜੇ ਕੋਲ ਪਹਿਲੀ ਬੱਸੇ ਉਹਨੇ ਫੜੀ ਜਦੋਂ, ਤੇ ਤਕਰੀਬਨ 12 ਕੁ ਵਜੇ ਦੇ 12 ਸਵਾ 12 ਵਜੇ ਉਹ ਆਪਣੇ ਘਰ ਪਹੁੰਚ ਗਈ। ਘਰ ਪਹੁੰਚ ਕੇ ਜਾ ਕੇ ਉਹਨੇ ਬੱਚੇ ਨੂੰ ਅਜੇ ਦੁੱਧ ਵੀ ਨਹੀਂ ਪਿਲਾਇਆ, ਕਿਉਂਕਿ ਰਾਹ 'ਚ ਉਲਟੀਆਂ ਕਰਦਾ ਆਇਆ ਸੀ। ਉਹਨੂੰ ਉੱਦਾਂ ਹੀ ਥਾਪੜਿਆ, ਕੋਈ ਸੌਂਫ ਵਾਲਾ ਪਾਣੀ ਵਗੈਰਾ ਦਿੱਤਾ ਜੋ ਦੇਣਾ ਬਣਦਾ ਸੀ, ਤੇ ਘਰ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਹ 2-4 ਦਿਨ ਘਰੋਂ ਬਾਹਰ ਰਹੀਆਂ, ਪੇਕੇ ਜਾ ਕੇ ਆਈਆਂ, ਸਫਾਈ ਕਰਨੀ ਬਣਦੀ ਆ। ਆਉਂਦੇ ਸਫਾਈ ਕੀਤੀ ਕਰਦੀ, ਸਫਾਈ ਕਰਦੀ ਸੀ। ਸਫਾਈ ਕਰਕੇ ਉਹਨੇ ਦੇਖਿਆ ਸੀ ਇਸ਼ਨਾਨ ਪਾਣੀ ਕਰਕੇ ਮੈਂ ਬਾਅਦ 'ਚ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੀ ਹਾਂ। ਸਫਾਈ ਕਰਕੇ ਹਟੀ, ਤੇ ਜਦੋਂ ਅਜੇ ਇਸ਼ਨਾਨ ਕਰਕੇ ਪ੍ਰਸ਼ਾਦਾ ਪਾਣੀ ਦਾ ਆਰ ਕਰਨ ਲੱਗੀ ਹੈ, ਤੇ ਘਰ ਦਾ ਦਰਵਾਜ਼ਾ ਜਿਹੜਾ ਬਾਹਰਲਾ ਉਹ ਖੜਕਿਆ। ਘਰ ਦਾ ਦਰਵਾਜ਼ਾ ਖੜਕਿਆ ਤੇ ਉਹਨੇ ਆਪਣੀ ਰਸੋਈ 'ਚੋਂ ਬਾਹਰ ਆ ਕੇ, ਬਾਹਰ ਵਿਹੜੇ 'ਚ ਆਈ। ਵਿਹੜੇ 'ਚੋਂ ਆ ਕੇ ਜਦੋਂ ਘਰ ਦਾ ਬਾਹਰਲਾ ਦਰਵਾਜ਼ਾ ਖੋਲ੍ਹਿਆ, ਤੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਈ। ਉਹਨਾਂ ਦੀ ਗਲੀ ਦੇ ਅਗਲੇ ਸਿਰੇ ਤੇ ਰਹਿਣ ਵਾਲੇ, ਚੌਥਾ ਘਰ ਸੀ ਉਹਨਾਂ ਦੇ ਘਰ ਤੋਂ, ਮਾਸਟਰ ਅਵਤਾਰ ਸਿੰਘ ਜੀ, ਉਹਨਾਂ ਦਾ ਦਰਵਾਜ਼ਾ ਖੜਕਾ ਰਹੇ ਨੇ। ਨਾਲ ਉਹਨਾਂ ਦੇ ਇੱਕ ਦੋ ਹੋਰ ਸੱਜਣ, ਉਹਨਾਂ ਦੇ ਜਾਣ ਪਛਾਣ ਵਾਲੇ, ਜਿਨ੍ਹਾਂ ਨੂੰ ਉਹ ਪਛਾਣਦੀ ਨਹੀਂ। ਪਰ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਸਿਰ ਦੇ ਉੱਤੇ ਆ, ਸੁਖਾਸਨ ਰੂਪ ਦੇ ਵਿੱਚ, ਤੇ ਉਹਨਾਂ ਦੇ ਘਰ ਦੀ ਡੋਰ ਕਰ ਰਹੇ ਨੇ।
ਜਦੋਂ ਨੇ ਦਰਵਾਜ਼ਾ ਖੋਲ੍ਹਿਆ ਤੇ ਦੇਖ ਕੇ, ਜਦੋਂ ਉਹਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਮਾਸਟਰ ਅਵਤਾਰ ਸਿੰਘ ਘਰ ਦੀ, ਉਹਨਾਂ ਦੀ ਗਲੀ ਦੇ ਉੱਤੇ ਅੱਗੇ ਜਾ ਕੇ ਘਰ ਹੈ, ਜਿੱਥੇ ਇਹ ਗਲੀ ਜਿੱਧਰਲੇ ਬੰਨੇ ਬੰਦ ਹੋ ਰਹੀ ਉਧਰਲੇ ਬੰਨੇ ਘਰ ਹੈ, ਚੌਥਾ ਘਰ ਹੈ ਉਹਨਾਂ ਦਾ। ਤੇ ਉਹ ਮਾਸਟਰ ਅਵਤਾਰ ਸਿੰਘ ਜੀ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹੈ, ਉਹਨਾਂ ਦਾ ਡੋਰ ਕਰਕੇ ਕਹਿ ਰਹੇ ਨੇ। ਤੇ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੀ ਕੀ ਭੈਣ ਜੀ ਅਸੀਂ ਅੰਦਰ ਆ ਸਕਦੇ ਹਾਂ? ਉਹ ਪਹਿਲਾਂ ਤਾਂ ਹੈਰਾਨ ਹੋਈ ਕਿ ਮੈਂ ਤਾਂ ਇਹੀ ਸੋਚ ਰਹੀ ਸਾਂ, ਸਫਾਈ ਕਰਦੇ ਹਾਂ, ਰਸੋਈ ਕਰਦੇ ਹਾਂ, ਬੱਸ ਦੇ ਵਿੱਚ ਬੈਠਿਆ, ਰਾਤ ਸੁੱਤਿਆਂ ਵੀ ਇਹੀ ਸੋਚਦੀ ਰਹੀ ਸਾਂ ਕਿ ਗੁਰੂ ਗ੍ਰੰਥ ਸਾਹਿਬ ਚੱਲ ਕੇ ਆ ਸਕਦਾ। ਗੁਰੂ ਗ੍ਰੰਥ ਸਾਹਿਬ ਚੱਲ ਕੇ ਆ ਗਿਆ। ਹੈਰਾਨ ਹੋ ਗਈ, ਉਹਨੂੰ ਲੱਗਾ ਕਿ ਕੋਈ ਸੁਪਨਾ ਜਿਹਾ ਦੇਖ ਰਹੀ ਹੈ ਸ਼ਾਇਦ, ਜਿੱਦਾਂ ਰਾਤ ਸੁਪਨੇ 'ਚ ਖਿਆਲ ਆਉਂਦੇ ਰਹੇ ਉੱਦਾਂ ਹੀ ਹੁਣ ਖਿਆਲ ਆ ਰਿਹਾ ਹੈ। ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਸੰਭਾਲਿਆ ਤੇ ਦੇਖਿਆ ਨਹੀਂ, ਮਾਸਟਰ ਅਵਤਾਰ ਸਿੰਘ ਹੀ ਖੜੇ ਸਨ, ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਇਮਾਨ ਸੀ। ਉਹਨੇ ਦਵਾ ਦਬ ਜਿਹਦਾ ਸਤਿਕਾਰ ਦੇ ਨਾਲ ਸਿਰ ਝੁਕਾਈਦਾ, ਤਿਲ ਚੋਈਦਾ, ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਾਖਲ ਕੀਤਾ ਤੇ ਨਾਲ ਹੀ ਉਹਦੇ ਮਨ 'ਚ ਖਿਆਲ ਆ ਗਿਆ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਸ਼ੰਕਾ ਜਿਹੜੇ ਮਨ 'ਚ ਪੈਦਾ ਹੋਇਆ ਸੀ, ਮੇਰਾ ਜਿਹੜਾ ਸਵਾਲ ਪੈਦਾ, ਜਿਹੜੀ ਮੇਰੀ ਮਾਂ ਨੇ ਸਵਾਲ ਪੈਦਾ ਕੀਤਾ, ਉਹਦਾ ਜਵਾਬ ਦੇਣ ਲਈ ਆਪ ਚੱਲ ਕੇ ਆ ਗਏ ਨੇ। ਉਹਨੇ ਬੜੇ ਚਾਵਾਂ ਨਾਲ ਜੀ ਆਇਆਂ ਆਖਿਆ। ਘਰ ਦਾ ਜਿਹੜਾ ਕੁਛ ਚਿਰ ਪਹਿਲਾਂ ਹੀ ਕਮਰਾ ਨਵਾਂ ਤਿਆਰ ਕਰਵਾਇਆ ਸੀ, ਉਹਦੇ ਵਿੱਚ ਦਵਾ ਦਵ ਨੇ ਸੁੱਚਾ ਬਿਸਤਰਾ ਕੱਢ ਕੇ ਵਿਛਾਇਆ। ਪਾਲਕੀ ਜਿਹੜੀ ਉਹ ਨਾਲ ਰੱਖ ਕੇ ਲੈ ਕੇ ਆਏ ਸਨ, ਰਕਸ਼ੇ ਦੇ ਵਿੱਚ ਪਾਲਕੀ ਚੱਕ ਕੇ ਪਹਿਲਾਂ ਉੱਥੇ ਵਿਛਾਈ ਗਈ, ਬਿਸਤਰਾ ਵਿਛਾਈ ਕੀਤੀ ਗਈ, ਪਾਲਕੀ ਵਿਛਾਈ ਗਈ ਤੇ ਫਿਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਤੇ ਪ੍ਰਕਾਸ਼ ਕਰਦਿਆਂ ਮਾਸਟਰ ਅਵਤਾਰ ਸਿੰਘ ਨੇ ਜਿਹੜਾ ਪਹਿਲਾ ਸ਼ਬਦ ਪੜ੍ਹਿਆ ਉਹ ਸੀ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਪਰ ਕ੍ਰਿਸ਼ਮਾ ਕਿੱਦਾਂ ਹੋ ਗਿਆ? ਬੀਬੀ ਸੁਰਿੰਦਰ ਕੌਰ ਜਾਣਨਾ ਚਾਹੁੰਦੀ ਸੀ ਕਿ ਮੇਰੇ ਮਨ ਦੇ ਅੰਦਰ ਖਿਆਲ ਚੱਲ ਰਿਹਾ ਸੀ ਕੱਲ ਤੋਂ ਲੈ ਕੇ, ਜੋ ਤੋਂ ਮਾਤਾ ਨੇ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਚੱਲ ਕੇ ਆ ਸਕਦੇ। ਗੁਰੂ ਗ੍ਰੰਥ ਸਾਹਿਬ ਚੱਲ ਕੇ ਆ ਗਿਆ, ਯਾਦ ਕੀਤਿਆਂ ਤਾਂ ਆ ਸਕਦਾ ਤੁਹਾਡਾ ਗੁਰੂ ਚੱਲ ਕੇ ਆ ਗਿਆ, ਪਰ ਕਿੱਦਾਂ ਆ ਗਿਆ? ਕ੍ਰਿਸ਼ਮਾ ਹੋ ਕਿੱਦਾਂ ਗਿਆ? ਕੁਦਰਤ ਦੇ ਕਾਦਰ ਨੇ ਭਾਣਾ ਵਰਤਾਇਆ ਕਿੱਦਾਂ? ਇਹਦੇ ਬਾਰੇ ਬਾਅਦ ਜਦੋਂ ਪ੍ਰਕਾਸ਼ ਕਰ ਦਿੱਤਾ ਗਿਆ, ਮਾਸਟਰ ਅਵਤਾਰ ਸਿੰਘ ਨੇ ਉਹਦੇ ਬਾਰੇ ਗੱਲ ਜਦੋਂ ਪੁੱਛਣ ਦੇ ਉੱਤੇ ਦੱਸਿਆ, ਮਾਸਟਰ ਅਵਤਾਰ ਸਿੰਘ ਕਹਿਣ ਲੱਗੇ, ਦੱਸਣ ਲੱਗੇ ਕਿ ਉਹਨਾਂ ਦੀ ਬਦਲੀ ਅਜੇ ਕੁਝ ਦਿਨ ਪਹਿਲਾਂ ਹੀ, ਕੁਝ ਮਹੀਨੇ ਪਹਿਲਾਂ ਹੀ ਉਸ ਸਕੂਲ ਦੇ ਵਿੱਚ ਹੋਈ ਸੀ, ਨਵੇਂ ਸਕੂਲ ਦੇ ਵਿੱਚ, ਜਿਹੜੇ ਸਕੂਲ ਦੇ ਪੁਰਾਣੇ ਪ੍ਰਿੰਸੀਪਲ ਕੁਲਦੀਪ ਕੌਰ ਜੀ ਸਨ, ਜਿਹੜੇ ਕਿ JBT ਦੀਆਂ ਜਿਹੜੀਆਂ ਕਲਾਸਾਂ ਲੱਗਦੀਆਂ ਸਨ ਉਹਦੇ ਪ੍ਰਿੰਸੀਪਲ ਸਨ। JBT ਮੈਟ੍ਰਿਕ ਤੋਂ ਬਾਅਦ ਆਮ ਤੌਰ 'ਤੇ ਕੋਰਸ, 10ਵੀਂ ਤੋਂ ਬਾਅਦ ਇਹ ਕੋਰਸ ਕੀਤਾ ਜਾਂਦਾ, ਟੀਚਰ ਟ੍ਰੇਨਿੰਗ ਦਾ ਕੋਰਸ ਹੁੰਦਾ ਹੈ। ਪ੍ਰਾਇਮਰੀ ਤੇ ਸਕੂਲ ਦੇ ਜਿਹੜੇ ਟੀਚਰ ਹੁੰਦੇ ਉਹਨਾਂ ਲਈ JBT ਦਾ ਹੁੰਦਾ ਸੀ ਟੀਚਰ ਦਾ। JBT ਜਿਹੜੀ ਸਕੂਲ ਦੇ ਨਾਲ ਚੱਲਦੀ ਸੀ, JBT ਵਾਲੇ ਜਿਹੜੇ ਕੋਰਸ ਸੀ ਉਹਨਾਂ ਦੀ ਪ੍ਰਿੰਸੀਪਲ ਕੁਲਦੀਪ ਸਿੰਘ ਕੌਰ ਸੀ, ਔਰ ਕੁਲਦੀਪ ਕੌਰ ਨੇ ਆਪਣੇ ਸਮੇਂ ਦੇ ਵਿੱਚ ਉਹ ਸਕੂਲ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ JBT ਵਾਲੇ ਪਾਸੇ। ਪਰ ਬਾਅਦ JBT ਦਾ ਕੋਰਸ ਬੰਦ ਹੋ ਗਿਆ ਤੇ ਕੁਲਦੀਪ ਕੌਰ ਉੱਥੋਂ ਬਦਲ ਕੇ ਚਲ ਗਈ, ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਸਕੂਲ ਦੇ ਵਿੱਚ ਰਿਹਾ। ਉਧਰੋਂ ਅਵਤਾਰ ਸਿੰਘ ਦੀ ਬਦਲੀ ਹੋ ਕੇ ਆ ਗਈ। ਅਵਤਾਰ ਸਿੰਘ ਆਪ ਸ਼ਰਧਾ ਵਾਲਾ ਸੀ ਉਸ ਸਕੂਲ ਦੇ ਅੰਦਰ, ਤੇ ਉਹਨੇ ਹੁਣ ਅੱਗੇ ਪਹਿਲਾਂ ਬੀਬੀ ਕੁਲਦੀਪ ਕੌਰ ਜੀ ਪ੍ਰਕਾਸ਼ ਕਰਦੇ ਹੁੰਦੇ, JBT ਜਿਹੜੇ ਸਕੂਲ ਦੇ ਪ੍ਰਿੰਸੀਪਲ ਸੀ, ਹੁਣ ਅਵਤਾਰ ਸਿੰਘ ਨੇ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਕੁਝ ਮਹੀਨਿਆਂ ਤੋਂ ਨਵੇਂ ਆਏ ਸਨ ਉਸ ਸਕੂਲ ਦੇ ਅੰਦਰ। ਪਰ ਜਿਸ ਦਿਨ ਦੀ ਗੱਲ ਹੈ, ਉਸ ਦਿਨ ਸਾਰੀ ਰਾਤ ਮੀਂਹ ਪੈਂਦਾ ਰਿਹਾ ਸੀ। ਉਹ ਜਦੋਂ ਸਕੂਲੇ ਗਏ ਤੇ ਉਹਨਾਂ ਕੀ ਦੇਖਿਆ, ਜਾ ਕੇ ਜਦੋਂ ਪ੍ਰਕਾਸ਼ ਕਰਨ ਲੱਗੇ ਸਕੂਲੇ ਜਾ ਕੇ, ਤੇ ਦੇਖਿਆ ਕਿ ਛੱਤ ਉੱਤੋਂ ਚੋ ਰਹੀ ਹੈ, ਕੁਛ ਕਣੀਆਂ ਉੱਤੋਂ ਡਿੱਗੀਆਂ ਨੇ ਆਲੇ ਦੁਆਲੇ ਪਾਲਕੀ ਦੇ ਆਲੇ ਦੁਆਲੇ, ਪਰ ਗੁਰੂ ਗ੍ਰੰਥ ਸਾਹਿਬ ਸੁੱਖ ਆਸਣ ਹੈ, ਆਲੇ ਦੁਆਲੇ ਉਸ ਕਮਰੇ ਦੇ ਵਿੱਚ ਕੁਛ ਛੱਤ ਚੋ ਰਹੀ ਹੈ। ਆਮ ਤੌਰ ਤੇ ਸਰਕਾਰੀ ਸਕੂਲਾਂ ਦੇ ਹਾਲਾਤ 1985-86 'ਚ ਇੱਦਾਂ ਦੇ ਹੋਇਆ ਕਰਦੇ ਸਨ। ਅੱਜ ਵੀ ਬੇਸ਼ੱਕ ਬਹੁਤ ਚੰਗੇ ਨਹੀਂ ਪੰਜਾਬ ਦੇ ਵਿੱਚ, ਪਰ ਹਾਲਾਤ ਮਾੜੇ ਹੋਇਆ ਕਰਦੇ ਸਕੂਲਾਂ ਦੀ ਛੱਤਾਂ ਦੇ। ਜਿੱਥੇ ਕਿਤੇ ਸਕੂਲ ਪਿੰਡ ਵਾਲੇ ਤਕੜੇ ਸਨ, ਉੱਥੇ ਸਕੂਲ ਤਕੜਾ ਹੋ ਜਾਂਦਾ ਸੀ, ਨਹੀਂ ਤਾਂ ਮੀਂਹਾਂ ਦੇ ਨਾਲ ਛੱਤਾਂ ਚੋਣ ਵਾਲੀ ਗੱਲ ਹੋ ਹੀ ਜਾਂਦੀ ਸੀ। ਔਰ 1985-86 ਤਾਂ ਆਪਾਂ ਦੇਖਿਆ ਪਿੰਡਾਂ ਦੇ ਘਰਾਂ ਦੇ ਕੱਚਾ ਘਰਾਂ ਦੀ ਛੱਤਾਂ ਚੋ ਪੈਂਦੀਆਂ ਹੁੰਦੀਆਂ ਸਨ ਮੀਂਹਾਂ ਦੇ ਨਾਲ। ਜਦੋਂ ਪ੍ਰਕਾਸ਼ ਕਰਨ ਗਿਆ ਮਾਸਟਰ ਅਵਤਾਰ ਸਿੰਘ, ਉਹਨਾਂ ਨੇ ਦੇਖਿਆ ਕਿ ਛੱਤ ਜਿਹੜੀ ਹੈ ਥੋੜ੍ਹੀ ਪਾਣੀ ਸਿਮ ਰਿਹਾ ਹੈ, ਤੇ ਉਹਨਾਂ ਕਿਹਾ ਵੀ ਪ੍ਰਕਾਸ਼ ਕਰਨਾ ਠੀਕ ਨਹੀਂ। ਜਿਹੜਾ ਪਾਣੀ ਸਿਮ ਰਿਹਾ ਹੈ, ਮੀਂਹ ਪਿਆ ਜ਼ਿਆਦਾ ਵੀ ਹੋ ਸਕਦਾ ਹੈ,
ਉਹਨੇ ਪ੍ਰਕਾਸ਼ ਨਹੀਂ ਕੀਤਾ। ਆਲਾ ਦੁਆਲਾ ਸਾਰਾ ਦੇਖ ਕੇ ਆ ਕੇ ਤੇ ਪ੍ਰਿੰਸੀਪਲ ਕੋਲ ਦੇ ਕੋਲ ਚਲੇ ਗਿਆ। ਪ੍ਰਿੰਸੀਪਲ ਨੂੰ ਜਾ ਕੇ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੈਂ ਕੀਤਾ ਨਹੀਂ, ਕਰਨਾ ਚਾਹੁੰਦਾ। ਕੀਤਾ ਇਸ ਕਰਕੇ ਨਹੀਂ ਕਿ ਛੱਤ ਚੋਰੀ ਆ, ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਸਕੂਲ ਦਾ ਕੋਈ ਇਹੋ ਜਿਹਾ ਕਮਰਾ ਦੇ ਦਿਓ ਜਿਹੜਾ ਕਮਰਾ ਨਾ ਚੁੰਦਾ ਹੋਵੇ। ਆਪਾਂ ਉੱਥੇ ਪਾਲਕੀ ਲਿਜਾ ਕੇ ਪ੍ਰਕਾਸ਼ ਲਈ ਉਹ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਲਈ ਰਾਖਵਾਂ ਕਰ ਲਈਏ, ਤਾਂ ਕਿ ਕੋਈ ਇਹੋ ਜਿਹੀ ਗੱਲ ਨਾ ਹੋਵੇ ਜਿੱਥੇ ਬੇਅਦਬੀ ਵਾਲੀ ਗੱਲ ਹੋਵੇ, ਤਾਂ ਕਿ ਉਸ ਕਮਰੇ ਦੇ ਵਿੱਚ, ਸਾਫ ਸੁਥਰੇ ਕਮਰੇ ਦੇ ਵਿੱਚ ਜਿੱਥੇ ਇੱਕ ਤਰ੍ਹਾਂ ਦਾ ਚੋਂਦਾ ਨਾ ਹੋਵੇ, ਮੀਂਹ ਨਾ ਪੈਂਦਾ ਹੋਵੇ, ਉਹਦਾ ਆਪਾਂ ਉੱਥੇ ਪ੍ਰਕਾਸ਼ ਕਰ ਲਈਏ। ਪ੍ਰਿੰਸੀਪਲ ਅੱਗੋਂ ਆਖਣ ਲੱਗਾ ਵੀ ਕਮਰੇ ਤਾਂ ਸਾਰੇ ਹੀ ਚੋਰ ਹੈ, ਸਾਰੇ ਸਕੂਲ ਦਾ ਬੁਰਾ ਹਾਲ ਹੋਇਆ ਪਿਆ ਹੈ, ਔਰ ਹਾਲਾਤ ਇਹ ਹੈ ਕਿ ਉਧਰੋਂ ਮੀਂਹ ਪੈ ਰਿਹਾ, ਬੱਚਿਆਂ ਨੂੰ ਬਾਹਰ ਨਹੀਂ ਬਿਠਾ ਸਕਦੇ, ਕਮਰਿਆਂ ਦੇ ਵਿੱਚ ਵੀ ਨਹੀਂ ਬਿਠਾ ਸਕਦੇ, ਕਮਰੇ ਚੋਰ ਹੈ। ਮੈਂ ਤਾਂ ਆਪ ਬੜਾ ਪਰੇਸ਼ਾਨ ਆ, ਦੱਸ ਤੈਨੂੰ ਕਿਹੜਾ ਕਮਰਾ ਦੇ ਦਿਆਂ। ਪਰੇਸ਼ਾਨੀ ਦੇ ਵਿੱਚ ਪ੍ਰਿੰਸੀਪਲ ਨੇ ਆਪਣੇ ਵੱਲੋਂ ਆਪਣਾ ਦੁੱਖ ਜ਼ਾਹਰ ਕਰ ਦਿੱਤਾ ਮਾਸਟਰ ਅਵਤਾਰ ਸਿੰਘ ਦੇ ਕੋਲ। ਮਾਸਟਰ ਅਵਤਾਰ ਸਿੰਘ ਵੀ ਥੋੜ੍ਹਾ ਜਿਹਾ ਸੋਚੀ ਪੈ ਗਿਆ, ਤੇ ਉਹ ਪ੍ਰਿੰਸੀਪਲ ਆਖਣ ਲੱਗਾ ਕਿ ਤੁਸੀਂ ਸ਼ਰਧਾਵਾਨ ਹੋ, ਔਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਘਰ ਵਿੱਚ ਰੱਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਧੀਆ ਤਰੀਕੇ ਨਾਲ ਪ੍ਰਕਾਸ਼ ਕਰ ਸਕਦੇ ਆ। ਇੱਥੇ ਪਹਿਲਾਂ ਬੀਬੀ ਕੁਲਦੀਪ ਕੌਰ ਜੀ ਕਰਦੇ ਹੁੰਦੇ ਸੀ, ਉਹ ਤਾਂ ਹੁਣ ਚਲ ਗਿਆ ਉਹਨਾਂ ਦੀ ਥਾਂ 'ਤੇ, ਹੁਣ ਤੁਸੀਂ ਇੱਕ ਤਰ੍ਹਾਂ ਦੇ ਆਏ ਹੋ, ਤੇ ਤੁਸੀਂ ਆਪਣੇ ਘਰ ਦੇ ਵਿੱਚ ਜ਼ਿਆਦਾ ਸ਼ਰਧਾ ਨਾਲ ਗੱਲ ਕਰ ਸਕਦੇ ਹੋ। ਤੁਸੀਂ ਇੱਦਾਂ ਕਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਪਾਲਕੀ ਸਮੇਤ ਸਾਰਾ ਕੁਛ ਆਪਣੇ ਘਰ ਲੈ ਜਾਓ, ਤੇ ਉੱਥੇ ਜਾ ਕੇ ਪ੍ਰਕਾਸ਼ ਕਰ ਲਓ। ਫਿਰ ਦੇਖਾਂਗੇ ਜਦੋਂ ਕਿਤੇ ਫੰਡ ਆਇਆ ਉਦੋਂ ਕਮਰੇ ਠੀਕ ਹੋਣਗੇ, ਸਾਰਾ ਕੁਛ ਵੀ ਇੱਥੇ ਪ੍ਰਕਾਸ਼ ਵੀ ਕਰ ਲਾਂਗੇ ਜੇ ਕਰਨਾ ਹੋਇਆ, ਜੇ ਠੀਕ ਸਮਝੋਗੇ। ਨਹੀਂ ਤਾਂ ਤੁਸੀਂ ਆਪਣੇ ਘਰ ਜਾ ਕੇ ਆਪਣੀ ਸ਼ਰਧਾ ਪੂਰੀ ਕਰੋ। ਦੂਜੀ ਗੱਲ, JBT ਬੰਦ ਹੋਣ ਕਰਕੇ ਸਕੂਲ ਦਾ ਫੰਡ ਤਾਂ ਅੱਗੇ ਨਹੀਂ ਆ ਰਿਹਾ। ਅੱਗੇ JBT ਦਾ ਫੰਡ ਆਇਆ ਕਰਦਾ ਸੀ, ਉਹਦੇ ਨਾਲ ਸਕੂਲ ਦਾ ਸਾਰੇ ਬਿਲਡਿੰਗ ਵਗੈਰਾ ਦੇ ਖਰਚੇ ਚੱਲਦੇ ਸੀ। ਫੰਡ ਤਾਂ ਅੱਗੇ ਘਟਿਆ ਪਿਆ, ਫੰਡ ਤਾਂ ਅੱਗੇ ਹੀ ਨਹੀਂ ਆ ਰਿਹਾ, ਸਕੂਲ ਦਾ ਅੱਗੇ ਗੁਜ਼ਾਰਾ ਮੁਸ਼ਕਿਲ ਹੈ। ਸਗੋਂ ਇਹ ਕਮਰਾ ਵੀ ਆਪਾਂ ਇਹਨੂੰ ਕਿਤੇ ਲਿਪ ਪੁੱਛ ਕੇ ਜਿਹੜਾ ਪਾਣੀ ਆਉਂਦਾ ਹੈ ਨਾ, ਪਾਣੀ ਪੂਣੀ ਬੰਦ ਕਰਕੇ ਸਾਰਾ ਇਹ ਕਮਰਾ ਵੀ ਵਿਦਿਆਰਥੀਆਂ ਦੀ ਲੋੜ ਹੈ, ਵਰਤ ਲਾਂਗੇ। ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਲੈ ਜਾਓ। ਮਾਸਟਰ ਅਵਤਾਰ ਸਿੰਘ ਜੀ ਇਹ ਹਾਲਾਤ ਇਹੋ ਜਿਹੇ ਸੀ ਕਿ ਉਹਨੇ ਕਿਹਾ ਹਾਂ ਮੈਂ ਲੈ ਜਾਂਦਾ ਆਪਣੇ ਘਰ। ਪਰ ਆਪਣੀ ਘਰ ਦੀ ਹਾਲਾਤ ਬਾਰੇ ਪਤਾ ਸੀ ਮਾਸਟਰ ਅਵਤਾਰ ਸਿੰਘ ਨੂੰ ਕਿ ਘਰ ਦੇ 2 ਕਮਰੇ ਆ, ਸਿਰਫ ਪਰਿਵਾਰ ਵੱਡਾ ਆ। ਜੇ ਇੱਕ ਕਮਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾ ਕੇ ਪ੍ਰਕਾਸ਼ ਕਰ ਦਿੱਤਾ ਗਿਆ ਤੇ ਇੱਕ ਕਮਰੇ ਦੇ ਵਿੱਚ ਕਿੱਦਾਂ ਗੁਜ਼ਾਰਾ ਹੋਊਗਾ। ਉਹਨਾਂ ਨੇ ਨਾਲ ਆਪਣੇ 1-2 ਸਾਥੀ ਲੈ, ਰਕਸ਼ੇ ਵਾਲਾ, ਪਾਲਕੀ ਰੱਖਣ ਲਈ ਰਕਸ਼ੇ ਵਾਲਾ ਮੰਗਾਇਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਸਿਰ ਤੇ ਲਿਆ, ਆਪਣੇ ਘਰ ਵੱਲ ਨੂੰ ਤੁਰਤਾ ਪੈ, ਸਤਨਾਮ ਵਾਹਿਗੁਰੂ ਕਰਦੇ ਹੋਏ। ਨਾਲ ਸਾਥੀ ਵੀ ਨੇ, ਰਕਸ਼ਾ ਨਾਲ ਤੋਰ ਲਿਆ, ਵਿੱਚ ਪਾਲਕੀ ਵਿੱਚ ਸਾਰਾ ਕੁਛ ਰੱਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੇ ਆਪਣੇ ਸਿਰ ਤੇ ਰੱਖ ਲਿਆ, ਤੁਰਤਾ ਪੈ। ਪਰ ਨਾਲ ਮਨ 'ਚ ਖਿਆਲ ਆ ਰਿਹਾ ਕਿ ਕਿੱਦਾਂ ਗੁਜ਼ਾਰਾ ਹੋਏਗਾ ਘਰ ਦੇ ਵਿੱਚ। ਘਰ ਦੇ ਕਿਤੇ ਕਹਿਣ ਹੀ ਨਾ ਕਿ ਪੁੱਛ ਤਾਂ ਲੈਂਦੇ, ਸਲਾਹ ਤਾਂ ਕਰ ਲੈਂਦੇ, ਪਰਿਵਾਰ ਵੱਡਾ, ਇੱਕ ਕਮਰੇ 'ਚ ਕਿੱਦਾਂ ਗੁਜ਼ਾਰਾ ਕਰਾਂਗੇ। ਇੱਕ ਕਮਰਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ ਤੁਸੀਂ, 2 ਤਾਂ ਕਮਰੇ ਸਾਰੇ ਆਪਣੇ। ਇਹ ਖਿਆਲ ਸੋਚਦੇ ਆਏ, ਜਦੋਂ ਗਲੀ ਦੇ ਵਿੱਚ ਵੜੇ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਜਿਹੜੇ ਸਾਡੇ ਗੁਆਂਢੀ ਨੇ ਬਾਜਵਾ ਸਾਹਿਬ, ਇੱਕ ਤਾਂ ਸ਼ਰਧਾਲੂ ਨੇ, ਬਾਜਵਾ ਸਾਹਿਬ ਆਪ ਸ਼ਰਧਾਲੂ ਨੇ, ਉਹਨਾਂ ਦੀ ਸੁਪਤਨੀ ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ, ਉਹ ਆਪ ਸ਼ਰਧਾਲੂ ਨੇ। ਸ਼ਰਧਾ ਤੇ ਪਰਿਵਾਰ ਵੀ ਛੋਟਾ ਹੈ, ਸਿਰਫ ਇੱਕ ਬੱਚਾ ਹੈ, 3 ਜੀ ਨੇ, ਤੇ ਕਮਰੇ ਵੀ ਉਹਨਾਂ ਕੋਲ ਬਥੇਰੇ ਨੇ, ਤੇ ਕਮਰਾ ਜੇ ਉਹਨਾਂ ਨੇ ਨਵਾਂ ਬਣਾਇਆ ਹੈ ਕੁਛ ਮਹੀਨੇ ਪਹਿਲਾਂ। ਤੇ ਜੇ ਕਿਤੇ ਆਪਾਂ ਲੰਘਦੇ ਗਲੀ ਦੇ ਵਿੱਚ ਮੋੜ ਗੱਲ ਆਪਣੇ ਘਰ ਉਹਨਾਂ ਤੋਂ 3 ਘਰ ਛੱਡ ਕੇ, ਯਾਨੀ ਚੌਥਾ ਘਰ ਸੀ ਮਾਸਟਰ ਅਵਤਾਰ ਸਿੰਘ ਦਾ। ਉਹ ਪਹਿਲਾਂ ਘਰ ਆਉਣਾ ਸੀ, ਤੇ ਕਿਹਾ ਘਰ ਜਾਣ ਤੋਂ ਪਹਿਲਾਂ ਜੇ ਕਿਤੇ ਮੈਂ ਦੂਰ ਕਰਕੇ ਬਾਜਵਾ ਸਾਹਿਬ ਨੂੰ ਪੁੱਛ ਹੀ ਲਵਾਂ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੁਛ ਦਿਨ ਲਈ ਤੁਹਾਡੇ ਘਰ ਕਰ ਲਈਏ, ਮੈਂ ਇੰਤਜ਼ਾਮ ਕਰਕੇ ਫਿਰ ਆਪਣੇ ਘਰ ਲੈ ਜਾਵਾਂਗਾ ਬਾਅਦ 'ਚ, ਸਤਿਗੁਰੂ ਜਦੋਂ ਬਖਸ਼ਿਸ਼ ਕਰੇਗਾ ਤਾਂ। ਸੋ ਉਹਨਾਂ ਨੇ ਡੋਰ ਕਰ ਦਿੱਤੀ, ਤੇ ਡੋਰ ਜਦੋਂ ਕਰਤੀ, ਜਦੋਂ ਡੋਰ ਖੋਲੀ, ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ ਜੀ ਨੇ, ਤਾਂ ਜਿੱਦਾਂ ਮੈਂ ਪਹਿਲਾਂ ਦੱਸ ਕੇ ਆਇਆ ਕਿ ਉਹ ਹੈਰਾਨ, ਖੁਸ਼ੀ ਭਰੀ ਹੈਰਾਨੀ ਕਿ ਗੁਰੂ ਗ੍ਰੰਥ ਸਾਹਿਬ ਚੱਲ ਕੇ ਆ ਗਏ ਨੇ। ਮਾਸਟਰ ਅਵਤਾਰ ਸਿੰਘ ਤੋਂ ਗੱਲ ਸੁਣੀ,
ਔਰ ਸੁਰਿੰਦਰ ਕੌਰ ਜੀ ਕਹਿੰਦੇ ਨੇ ਕਿ ਉਹ ਦਿਨ ਸੀ ਜਦੋਂ ਪਹਿਲੇ ਦਿਨ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਉਹ ਪਹਿਲਾ ਦਿਨ ਸੀ ਤੇ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਤੱਕ, ਅੱਜ ਤੱਕ, ਲਿਖਣ ਤੱਕ, ਜਾਣੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਡੇ ਘਰ ਹੈ। ਸ਼ੰਕੇ ਦੀ ਨਿਵਰਤੀ ਕਰਨ ਦੇ ਲਈ ਮਾਂ ਨੇ ਸਵਾਲ ਪਾਇਆ ਸੀ, ਸਵਾਲ ਦਾ ਉੱਤਰ ਦੇਣ ਦੇ ਲਈ ਬੇਸ਼ੱਕ ਕਿਹੋ ਜਿਹੇ ਵੀ ਹਾਲਾਤ ਬਣਾਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਚੱਲ ਕੇ ਯਾਦ ਕੀਤਾ ਸੀ, ਸੱਚੇ ਦਿਲੋਂ ਦਿਨ ਰਾਤ ਯਾਦ ਕੀਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਚੱਲ ਕੇ ਆਏ। ਔਰ ਕਹਿੰਦੀ ਉਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਵੀ ਘਰ ਆ ਗਏ, ਲਹਿਰਾਂ ਬਹਿਰਾਂ ਵੀ ਹੋ ਗਈਆਂ। ਬਾਅਦ 'ਚ ਹੀ ਸੁਰਿੰਦਰ ਕੌਰ ਜੀ ਪ੍ਰਿੰਸੀਪਲ ਵੀ ਬਣੀ ਖਾਲਸਾ ਕਾਲਜ ਦੀ। ਘਰ 'ਚ ਲਹਿਰਾਂ ਬਹਿਰਾਂ ਵੀ ਆਈਆਂ, ਬਖਸ਼ਿਸ਼ਾਂ ਵੀ ਆਈਆਂ ਸਾਰੀਆਂ, ਸਾਰੇ ਦੁੱਖ ਵੀ ਦੂਰ ਹੋਏ। ਪਰ ਦ੍ਰਿੜਤਾ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਪਹਿਲਾਂ ਸੀਗੀ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਹੋ ਗਈ। ਬੀਬੀ ਸੁਰਿੰਦਰ ਕੌਰ ਜੀ ਕਹਿੰਦੀ ਹੈ ਕਿ ਇਸ ਗੱਲ ਨੇ ਮੇਰਾ ਨਿਸ਼ਚਾ ਪੱਕਾ ਕਰ ਦਿੱਤਾ। ਤੇ ਮੈਂ ਉਸ ਦਿਨ ਮਾਸਟਰ ਅਵਤਾਰ ਸਿੰਘ ਨੂੰ ਤੇ ਉਹਨਾਂ ਦੇ ਨਾਲ ਜਿਹੜੇ ਆਏ ਸਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ, ਉਹਨਾਂ ਨੂੰ ਤੋੜ ਕੇ ਪਹਿਲਾ ਕੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਜਾ ਕੇ ਮੱਥਾ ਟੇਕਿਆ, ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਸਤਿਗੁਰੂ ਮੇਰੇ ਡਿੱਗਦੇ ਹੋਏ ਮਨ ਨੂੰ ਤੂੰ ਥੰਮਣ ਲਾ ਦਿੱਤਾ, ਆਪ ਚੱਲ ਕੇ ਆ ਕੇ ਸਵਾਲ ਦਾ ਜਵਾਬ ਦੇ ਦਿੱਤਾ। ਕੋਈ ਬਾਹਰਲਾ ਸਵਾਲ ਪਾਉਂਦਾ ਸ਼ਾਇਦ ਉਹਨਾਂ ਅਸਰ ਨਾ ਹੁੰਦਾ, ਮਾਂ ਨੇ, ਸਕੀ ਮਾਂ ਨੇ ਸਵਾਲ ਪਾਇਆ ਸੀ, ਉਹਨੇ ਸ਼ੰਕਾ ਖੜਾ ਕੀਤਾ ਸੀ ਤੇ ਉਹਨੇ ਕਹਿੰਦੀ ਮੈਂ ਮਾਂ ਨੂੰ ਉਸੇ ਵੇਲੇ ਫੋਨ ਕੀਤਾ। ਫਿਰ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਅਰਦਾਸ ਕਰਕੇ ਫਿਰ ਮਾਂ ਨੂੰ ਫੋਨ ਕਰਕੇ ਆਖਿਆ, ਮਾਤਾ ਤੂੰ ਕਹਿੰਦੀ ਸਾਂ ਤੇਰਾ ਗੁਰੂ ਚੱਲ ਕੇ ਆ ਸਕਦਾ ਹੈ, ਯਾਦ ਕਰਿਆ ਤੇ ਆ ਸਕਦਾ, ਮੇਰਾ ਗੁਰੂ ਚੱਲ ਕੇ ਆਇਆ, ਯਾਦ ਕੀਤਿਆਂ ਆਇਆ, ਬਿਨਾਂ ਬੁਲਾਏ ਤੋਂ ਆਇਆ ਹੈ, ਅੰਦਰ ਅੰਦਰ ਬੁਲਾ ਰਿਹਾ ਸੀ, ਸਤਿਗੁਰੂ ਆਪ ਚੱਲ ਕੇ ਆਇਆ ਤੇ ਚੱਲ ਕੇ ਐਸਾ ਆਇਆ ਹੈ ਕਿ ਹੁਣ ਕਈ ਚਿਰ ਲਈ ਮੇਰੇ ਘਰ ਆ ਕੇ ਅਟ ਗਿਆ ਹੈ। ਮਾਸਟਰ ਅਵਤਾਰ ਸਿੰਘ ਜੀ ਬੇਸ਼ੱਕ ਕਹਿ ਕੇ ਗਏ ਸਨ ਕਿ ਭੈਣ ਜੀ ਕੁਛ ਦਿਨ ਲਈ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਕਰੋ, ਤੁਸੀਂ ਸਾਂਭ ਸੰਭਾਲ ਕਰ ਸਕਦੇ ਹੋ, ਕੁਛ ਦਿਨ ਲਈ ਸਾਂਭ ਸੰਭਾਲ ਕਰੋ, ਬਾਅਦ ਜਦੋਂ ਸਤਿਗੁਰੂ ਸਾਨੂੰ ਇੱਕ ਕਮਰਾ ਹੋਰ ਦੇਵੇਗਾ ਅਸੀਂ ਜਾ ਕੇ ਘਰ ਪ੍ਰਕਾਸ਼ ਕਰ ਲਵਾਂਗੇ। ਪਰ ਬੀਬੀ ਸੁਰਿੰਦਰ ਕੌਰ ਨੇ ਉਸ ਦਿਨ ਤੋਂ ਐਸਾ ਸਤਿਗੁਰੂ ਜੀ ਦੀ ਸੇਵਾ ਸੰਭਾਲ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਦੇ ਘਰ ਹੀ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਮਰੱਥ ਗੁਰੂ ਹੈ। ਬੀਬੀ ਸੁਰਿੰਦਰ ਕੌਰ ਨੇ ਆਪਣੇ ਉਸ ਆਰਟੀਕਲ ਦੇ ਵਿੱਚ ਲਿਖਿਆ, ਤੁਸੀਂ ਸ਼ਰਧਾ ਨਾਲ ਯਾਦ ਕਰੋ, ਸ਼ਰਧਾ ਨਾਲ ਜੁੜੋ ਸਹੀ, ਤੁਹਾਨੂੰ ਰੂਹਾਨੀ ਰੋਸ਼ਨੀ ਵੀ ਦਿੰਦਾ ਹੈ ਤੇ ਤੁਹਾਨੂੰ ਸੰਸਾਰ ਵਿੱਚ ਤੁਰਨਾ ਵੀ ਸਿਖਾਉਂਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੇ। ਸਤਿਗੁਰ ਦੀ ਸੰਗਤ ਚ ਕਿਤੇ ਬੈਠ ਜਾਈਏ। ਇਹ ਆਤਮਿਕ ਜੀਵਨ ਵੀ ਦਿੰਦਾ ਹੈ, ਦੁਨਿਆਵੀ ਤਰੱਕੀਆਂ ਵੀ ਦਿੰਦਾ ਹੈ। ਔਰ ਇਹ ਨਿਸ਼ਚਾ ਜਿਹੋ ਜਿਹਾ ਬੀਬੀ ਸੁਰਿੰਦਰ ਕੌਰ ਬਾਜਵਾ ਦਾ, ਪ੍ਰਿੰਸੀਪਲ ਸੁਰਿੰਦਰ ਕੌਰ ਬਾਜਵਾ ਦਾ, ਉਹੋ ਜਿਹਾ ਨਿਸ਼ਚਾ ਸਾਡਾ ਵੀ ਹੋ ਜਾਵੇ। ਇਸੇ ਆਸ ਤੇ ਅਰਦਾਸ ਦੇ ਨਾਲ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।